ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਇੱਕ ਵਾਰ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਭੱਠੇ ਤੋਂ ਇੱਟਾਂ ਲਿਆਉਣ ਦਾ ਸਾਧਨ ਨਾ ਹੋਣ ਕਰਕੇ ਇੱਟਾਂ ਮੁੱਕ ਗਈਆਂ। ਅਗਲੇ ਦਿਨ ਇੱਟਾਂ ਨਾ ਹੋਣ ਕਾਰਨ ਉਸਾਰੀ ਦਾ ਕੰਮ ਰੁਕ ਜਾਣਾ ਸੀ। ਮਿਸਤਰੀਆਂ ਅਤੇ ਮਜ਼ਦੂਰਾਂ ਦੇ ਕਰਨ ਲਈ ਕੋਈ ਹੋਰ ਕੰਮ ਹੈ ਹੀ ਨਹੀਂ ਸੀ। ਮਿਸਤਰੀਆਂ ਨੇ ਵੀ ਇੱਕ ਦਿਨ ਪਹਿਲਾਂ ਜਾਣ ਤੋਂ ਬਾਬਾ ਜੀ ਨੂੰ ਕਹਿ ਦਿੱਤਾ ਕਿ ਕੱਲ੍ਹ ਵਾਸਤੇ ਇੱਟਾਂ ਨਹੀਂ ਹਨ, ਤੁਸੀਂ ਇੱਟਾਂ ਦਾ ਇੰਤਜ਼ਾਮ ਕਰ ਲਿਓ, ਨਹੀਂ ਤਾਂ ਕੰਮ ਰੁਕ ਜਾਏਗਾ। ਬਾਬਾ ਜੀ ਨੇ ਮਿਸਤਰੀਆਂ ਨੂੰ ਉੱਤਰ ਦਿੱਤਾ ਕਿ ਮਿਸਤਰੀ ਜੀ, ਅਸੀਂ ਆਪਣਾ ਯਤਨ ਕਰਕੇ ਵੇਖਦੇ ਹਾਂ, ਬਾਕੀ ਕੰਮ ਗੁਰਦੁਆਰਾ ਸਾਹਿਬ ਦਾ ਚੱਲ ਰਿਹਾ ਹੈ। ਗੁਰੂ ਜੀ ਆਪ ਹੀ ਕਿਸੇ ਨਾ ਕਿਸੇ ਨੂੰ ਪ੍ਰੇਰਨਾ ਦੇਣਗੇ। ਮਿਸਤਰੀਆਂ ਦੇ ਛੁੱਟੀ ਕਰ ਜਾਣ 'ਤੇ ਬਾਬਾ ਜੀ, ਜੋ ਕਿ ਗੁਰਦੁਆਰਾ ਸਾਹਿਬ ਦੇ ਜਥੇਦਾਰ ਸਨ, ਉਹ ਅਗਲੇ ਦਿਨ ਸੈਰ ਲਈ ਚੱਲ ਪਏ। ਜਦੋਂ ਰਸਤੇ ਵਿੱਚ ਪੁੱਜੇ ਤਾਂ ਸੋਚਣ ਲੱਗੇ ਕਿ ਪਿੰਡ ਦੇ ਸਰਪੰਚ ਕੋਲ ਜਾਂਦੇ ਆ, ਨਾਲੇ ਤਾਂ ਸੈਰ ਹੋ ਜੂ, ਨਾਲੇ ਹੀ ਇੱਟਾਂ ਲਿਆਉਣ ਦੀ ਸੇਵਾ ਉਹਨਾਂ ਨੂੰ ਦੇ ਦੇਵਾਂਗੇ। ਪਾਠ ਕਰਦੇ ਕਰਦੇ ਬਾਬਾ ਜੀ ਦੇ ਹੋਰ ਪ੍ਰੇਮੀ ਸਰਪੰਚ ਦੇ ਘਰ ਪੁੱਜ ਗਏ। ਸਰਪੰਚ ਜੀ ਤਾਂ ਘਰ ਨਹੀਂ ਸੀ, ਉਹਨਾਂ ਦਾ ਲੜਕਾ ਮਿਲਿਆ। ਬਾਬਾ ਜੀ ਨੇ ਉਸ ਨੂੰ ਫਤਿਹ ਬੁਲਾਈ। ਸਰਪੰਚ ਦੇ ਲੜਕੇ ਨੇ ਵੀ ਫਤਿਹ ਦਾ ਜਵਾਬ ਦੇ ਕੇ ਬਾਬਾ ਜੀ ਘਰ ਆਉਣ ਦਾ ਕਾਰਨ ਪੁੱਛਿਆ। ਬਾਬਾ ਜੀ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਤੁਹਾਨੂੰ ਪਤਾ ਹੀ ਹੈ, ਗੁਰਦੁਆਰਾ ਸਾਹਿਬ ਦਾ ਕੰਮ ਚੱਲ ਰਿਹਾ ਹੈ ਤੇ ਅੱਜ ਇੱਟਾਂ ਮੁੱਕ ਗਈਆਂ ਹਨ। ਜੇਕਰ ਸਵੇਰ ਤੱਕ ਇੱਟਾਂ ਨਾ ਆਈਆਂ ਤਾਂ ਉਸਾਰੀ ਦਾ ਕੰਮ ਰੁਕ ਜਾਵੇਗਾ ਤੇ ਮਿਸਤਰੀ ਵੀ ਵਿਹਲੇ ਰਹਿਣਗੇ। ਜੇ ਤੁਸੀਂ ਮਿਹਰਬਾਨੀ ਕਰਕੇ ਇੱਕ ਇੱਟਾਂ ਦਾ ਫੇਰਾ ਲਿਆ ਦੇਵੋ ਤਾਂ ਮਿਸਤਰੀ ਵੀ ਵਿਹਲੇ ਨਾ ਰਹਿਣਗੇ ਤੇ ਉਸਾਰੀ ਦਾ ਕਾਰਜ ਵੀ ਚੱਲਦਾ ਰਹੇਗਾ ਅਤੇ ਇਸ ਬਹਾਨੇ ਤੁਹਾਡੀ ਸੇਵਾ ਵੀ ਹੋ ਜਾਏਗੀ। ਬਾਬਾ ਜੀ ਦੀ ਸਾਰੀ ਗੱਲ ਸੁਣ ਕੇ ਸਰਪੰਚ ਦੇ ਲੜਕੇ ਨੇ ਉੱਤਰ ਦਿੱਤਾ ਕਿ ਬਾਬਾ ਜੀ, ਸਾਡੇ ਬਹੁਤ ਕੰਮ ਚੱਲ ਰਹੇ ਨੇ, ਅਸੀਂ ਆਪਣੇ ਕੰਮ ਛੱਡ ਕੇ ਇੱਟਾਂ ਲੈਣ ਕਿਵੇਂ ਜਾਈਏ? ਮੈਂ ਤਾਂ ਅੱਜ ਵਿਹਲਾ ਨਹੀਂ ਹਾਂ, ਜੇ ਕੱਲ੍ਹ ਟਾਈਮ ਹੋਊ ਤਾਂ ਲਿਆ ਦੇਊਂ ਇੱਟਾਂ। ਬਾਬਾ ਜੀ ਨੇ ਕਿਹਾ, ਭਾਈ ਸਿੰਘਾ, ਇਹ ਕੰਮ ਕੱਲ੍ਹ ਵੀ ਹੋ ਸਕਦੇ ਹਨ। ਤੂੰ ਗੁਰੂ ਘਰ ਦੀ ਸੇਵਾ ਲਈ ਅੱਜ ਇੱਟਾਂ ਲਿਆ ਦੇ ਤਾਂ ਕਿ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਨਾ ਰੁਕੇ। ਪਰ ਸਰਪੰਚ ਸਾਹਿਬ ਦੇ ਲੜਕੇ ਦਾ ਪਹਿਲਾਂ ਵਾਲਾ ਹੀ ਜਵਾਬ ਸੀ ਕਿ ਅੱਜ ਮੇਰਾ ਟਾਈਮ ਨਹੀਂ ਹੈ। ਬਾਬਾ ਜੀ ਨੇ ਕਿਹਾ ਕਿ ਚਲੋ ਭਾਈ, ਤੁਹਾਡੀ ਮਰਜ਼ੀ ਹੈ। ਇਸ ਬਹਾਨੇ ਨਾਲ ਸੇਵਾ ਹੋ ਜਾਣੀ ਸੀ ਤੇ ਤੁਹਾਡੇ ਕੰਮ ਵੀ ਹੋ ਜਾਣੇ ਸੀ। ਬਾਬਾ ਜੀ ਇੰਨਾ ਕਹਿ ਕੇ ਫਤਿਹ ਬੁਲਾ ਕੇ ਵਾਪਸ ਗੁਰਦੁਆਰੇ ਵੱਲ ਚੱਲ ਪਏ। ਰਸਤੇ ਵਿੱਚ ਚੱਲਦਿਆਂ ਬਾਬਾ ਜੀ ਨੇ ਸੁਭਾਵਿਕ ਹੀ ਬਚਨ ਸ਼ੁਰੂ ਕਰ ਦਿੱਤਾ ਕਿ ਵੇਖੋ, ਭਾਗਾਂ ਤੋਂ ਬਿਨਾਂ ਕੋਈ ਸੇਵਾ ਨਹੀਂ ਕਰ ਸਕਦਾ। ਜੇ ਸਰਪੰਚ ਦਾ ਲੜਕਾ ਅੱਜ ਸੇਵਾ ਕਰਨ ਲਈ ਮੰਨ ਜਾਂਦਾ ਤਾਂ ਸਤਿਗੁਰੂ ਜੀ ਦੀ ਖੁਸ਼ੀ ਵੀ ਬੇਅੰਤ ਹੋਣੀ ਸੀ ਤੇ ਉਸ ਦੇ ਬਾਕੀ ਕੰਮ ਵੀ ਹੋ ਜਾਣੇ ਸੀ। ਉਸਨੇ ਸੇਵਾ ਦਾ ਸਮਾਂ ਹੱਥੋਂ ਗਵਾ ਲਿਆ। ਚਲੋ, ਭਾਗਾਂ ਦੀ ਗੱਲ ਹੈ, ਜਿਸ ਪਾਸਿਓਂ ਸਤਿਗੁਰੂ ਜੀ ਨੇ ਸੇਵਾ ਲੈਣੀ ਹੋਏਗੀ ਲੈ ਲੈਣਗੇ। ਸੇਵਾ ਵੀ ਭਾਗਾਂ ਨਾਲ ਹੀ ਹੋ ਸਕਦੀ ਹੈ। ਸੇਵਾ ਬੜੀ ਉੱਤਮ ਵਸਤੂ ਹੈ, ਪਰ ਜਿਸ ਨੂੰ ਪਰਮਾਤਮਾ ਆਪ ਮਿਹਰ ਕਰਕੇ ਸੇਵਾ ਵਿੱਚ ਲਾਵੇ, ਉਹੀ ਸੇਵਾ ਕਰ ਸਕਦਾ ਹੈ। ਸੇਵਾ ਬਾਰੇ ਹੋਰ ਵਿਚਾਰ ਸੁਣਾਉਂਦਿਆਂ ਬਾਬਾ ਜੀ ਨੇ ਬਚਨ ਕੀਤਾ ਕਿ ਗੁਰੂ ਘਰ ਦੀ ਜਾਂ ਕਿਸੇ ਦੇ ਭਲੇ ਲਈ ਚੱਲ ਰਹੀ ਸੇਵਾ ਵਿੱਚ ਹਿੱਸਾ ਜ਼ਰੂਰ ਪਾਉਣਾ ਚਾਹੀਦਾ ਹੈ। ਆਪਣਾ ਕੰਮ ਪੂਰਾ ਕਰਕੇ ਜਿੰਨਾ ਸਮਾਂ ਮਿਲੇ ਸੇਵਾ ਵਿੱਚ ਲਾ ਕੇ ਆਪਣਾ ਜੀਵਨ ਸਫਲ ਕਰ ਲੈਣਾ ਚਾਹੀਦਾ ਹੈ। ਸਤਿਗੁਰੂ ਜੀ ਦੀ ਖੁਸ਼ੀ ਅਤੇ ਲੋੜਵੰਦ ਦੀ ਅਸੀਸ ਜ਼ਰੂਰ ਲੈਣੀ ਚਾਹੀਦੀ ਹੈ। ਕਈ ਵਾਰੀ ਜੀਵਨ ਵਿੱਚ ਅਜਿਹੇ ਸਮੇਂ ਵੀ ਕਰਤਾਰ ਬਖਸ਼ਿਸ਼ ਕਰ ਦਿੰਦਾ ਹੈ, ਜਿੱਥੇ ਕਰੋਗੇ ਕੰਮ ਨੂੰ ਪਿੱਛੇ ਰੱਖ ਕੇ ਸੇਵਾ ਦੇ ਕਾਰਜ ਨੂੰ ਪਹਿਲ ਦੇ ਦੇਣੀ ਚਾਹੀਦੀ ਹੈ। ਜੋ ਅਜਿਹੇ ਸਮੇਂ ਨੂੰ ਸਾਂਭ ਲੈਂਦਾ ਹੈ, ਉਸ ਦੀ ਕੀਤੀ ਸੇਵਾ ਗੁਰੂ ਦੇ ਦਰ 'ਤੇ ਪ੍ਰਵਾਨ ਜ਼ਰੂਰ ਹੋ ਜਾਂਦੀ ਹੈ ਅਤੇ ਦੁਨਿਆਵੀ ਕਾਰਜ ਵਿੱਚ ਸਤਿਗੁਰੂ ਜੀ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪੈਣ ਦਿੰਦੇ। ਗੁਰੂ ਮਹਾਰਾਜ ਜੀ ਸਾਰੇ ਘਾਟੇ ਪੂਰੇ ਕਰ ਦਿੰਦੇ ਹਨ।
ਗੁਰੂ ਖੁਸ਼ੀ ਪ੍ਰਾਪਤ ਕਰਨ ਲਈ ਕਈ ਵਿਘਨਾਂ ਦਾ ਨਾਸ਼ ਹੋ ਜਾਂਦਾ ਹੈ। ਅਜਿਹੀ ਕੀਤੀ ਸੇਵਾ ਲਈ ਸਤਿਗੁਰੂ ਜੀ ਦਾ ਫਰਮਾਨ ਹੈ। ਬਾਬਾ ਜੀ ਸੇਵਾ ਦਾ ਪ੍ਰਚਾਰ ਕਰਦਿਆਂ ਗੁਰਦੁਆਰਾ ਸਾਹਿਬ ਪੁੱਜ ਗਏ। ਸਾਰੀ ਸੰਗਤ ਨੇ ਪੰਜ ਇਸ਼ਨਾਨਾਂ ਕਰਕੇ ਗੁਰੂ ਮਹਾਰਾਜ ਜੀ ਦੇ ਹਜ਼ੂਰ ਸੰਗਤੀ ਰੂਪ ਵਿੱਚ ਸੋਧਰ ਦੀ ਹਾਜ਼ਰੀ ਭਰੀ। ਗੁਰੂ ਮਹਾਰਾਜ ਜੀ ਨੂੰ ਸੁਖ ਆਸਣ ਕਰਕੇ ਲੰਗਰ ਛਕ ਕੇ ਹਰ ਰੋਜ਼ ਦੀ ਤਰ੍ਹਾਂ ਗੁਰੂ ਇਤਿਹਾਸ ਨੂੰ ਵਾਚਨਾ ਕੀਤਾ। ਰਾਤ ਆਰਾਮ ਕਰਨ ਤੋਂ ਬਾਅਦ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਸਾਰੀ ਸੰਗਤ ਨੇ ਸਤਿਗੁਰੂ ਜੀ ਦਾ ਪ੍ਰਕਾਸ਼ ਕੀਤਾ। ਬਾਬਾ ਜੀ ਨੇ ਸਾਰੀ ਸੰਗਤ ਨੂੰ ਹੁਕਮਨਾਮਾ ਸੁਣਾਇਆ। ਇੰਨੇ ਨੂੰ ਇੱਕ ਗੁਰਸਿੱਖ ਨਵਾਂ ਟਰੈਕਟਰ ਲੈ ਕੇ ਗੁਰਦੁਆਰੇ ਸਾਹਿਬ ਆਇਆ। ਮੱਥਾ ਟੇਕ ਕੇ ਉਸਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਕਿਰਪਾ ਨਾਲ ਅਸੀਂ ਨਵਾਂ ਟਰੈਕਟਰ ਲਿਆ ਹੈ। ਸਾਡੇ ਮਨ ਦੀ ਇੱਛਾ ਸੀ ਕਿ ਅਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਘਰ ਦੀ ਕੋਈ ਸੇਵਾ ਕਰੀਏ ਤਾਂ ਜੋ ਸਾਡੇ ਕਾਰੋਬਾਰ ਵਿੱਚ ਕੋਈ ਵਿਘਨ ਨਾ ਪਵੇ। ਗੁਰਦੁਆਰਾ ਸਾਹਿਬ ਦੇ ਸੇਵਾ ਚੱਲ ਰਹੀ ਸੀ। ਜੇ ਤੁਸੀਂ ਹੁਕਮ ਕਰੋ ਤਾਂ ਰੇਤੇ ਦੇ 2 ਫੇਰੇ ਲਾ ਦਈਏ ਜਾਂ ਕੋਈ ਹੋਰ ਸੇਵਾ ਹੈ ਤਾਂ ਉਹ ਦੱਸ ਦਿਓ। ਬਾਬਾ ਜੀ ਨੇ ਉਸ ਗੁਰਸਿੱਖ ਦੀ ਸਾਰੀ ਗੱਲ ਸੁਣ ਕੇ ਉਸ ਨੂੰ ਕਿਹਾ, ਰੇਤਾ ਤਾਂ ਹਜੇ ਬਾਕੀ ਹੈ। ਜੇ ਤੁਸੀਂ ਸੇਵਾ ਕਰਨੀ ਹੈ ਤਾਂ ਇੱਟਾਂ ਦੇ 2 ਫੇਰੇ ਲਾ ਦਿਓ ਤਾਂ ਬਹੁਤ ਚੰਗਾ ਹੋਵੇਗਾ। ਉਸ ਪ੍ਰੇਮੀ ਨੇ ਸਤ ਬਚਨ ਮੰਨ ਕੇ ਮਿਸਤਰੀਆਂ ਦੇ ਆਉਣ ਤੋਂ ਪਹਿਲਾਂ ਇੱਟਾਂ ਦਾ ਟਰਾਲੀ ਭਰ ਕੇ ਲੈ ਆਂਦੀ। ਸ਼ਾਮ ਤੱਕ 2 ਟਰਾਲੀਆਂ ਇੱਟਾਂ ਦੇ ਲਿਆਉਣ ਤੋਂ ਬਾਅਦ ਉਸਨੇ ਬੜੀ ਨਿਮਰਤਾ ਨਾਲ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਜਦੋਂ ਵੀ ਕੋਈ ਸੇਵਾ ਦੀ ਲੋੜ ਹੋਵੇ ਮੈਨੂੰ ਦੱਸ ਦੇਣਾ, ਮੈਂ ਜ਼ਰੂਰ ਪਹੁੰਚ ਜਾਵਾਂਗਾ। ਬਾਬਾ ਜੀ ਨੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਅਤੇ ਬਚਨ ਕੀਤਾ ਕਿ ਗੁਰੂ ਮਹਾਰਾਜ ਜੀ ਨੇ ਸਾਨੂੰ ਗੁਰੂ ਘਰ ਦੀ ਸੇਵਾ ਲਈ ਬਹਾਨਾ ਹੀ ਬਣਾਇਆ ਹੋਵੇਗਾ। ਸਾਰਾ ਫਿਕਰ ਤਾਂ ਉਹ ਆਪ ਹੀ ਕਰਦੇ ਪਏ ਹਨ। ਦੂਸਰੇ ਪਾਸੇ ਸਰਪੰਚ ਦੇ ਲੜਕੇ ਨੇ ਜੋ ਸਬਜ਼ੀਆਂ ਲਾਈਆਂ ਹੋਈਆਂ ਸੀ, ਬਾਰਿਸ਼ ਦੇ ਪੈਣ ਕਰਕੇ ਸਾਰੀਆਂ ਡੁੱਬ ਗਈਆਂ। ਉਸ ਘਟਨਾ ਦੇ ਵਾਪਰਨ ਕਰਕੇ ਉਸ ਨੂੰ ਬੜਾ ਪਛਤਾਵਾ ਹੋਇਆ ਅਤੇ ਉਹ ਬਾਬਾ ਜੀ ਪਾਸ ਆਇਆ ਅਤੇ ਕਹਿਣ ਲੱਗਾ, ਬਾਬਾ ਜੀ ਮੈਂ ਤੁਹਾਡਾ ਬਚਨ ਨਹੀਂ ਮੰਨਿਆ ਅਤੇ ਮੇਰਾ ਬੜਾ ਨੁਕਸਾਨ ਹੋ ਗਿਆ ਹੈ। ਮੈਨੂੰ ਮੇਰੀ ਗਲਤੀ 'ਤੇ ਬੜਾ ਪਛਤਾਵਾ ਹੈ। ਹੁਣ ਕੋਈ ਵੀ ਸੇਵਾ ਹੋਵੇ ਤਾਂ ਮੈਨੂੰ ਦੱਸੋ। ਬਾਬਾ ਜੀ ਨੇ ਕਿਹਾ, ਜਦੋਂ ਵੀ ਸੇਵਾ ਹੋਈ ਤੁਸੀਂ ਸੰਗਤਾਂ ਹੀ ਕਰਨੀ ਹੈ, ਅਸੀਂ ਜ਼ਰੂਰ ਤੁਹਾਨੂੰ ਦੱਸਾਂਗੇ। ਆਪਾਂ ਸੰਗਤਾਂ ਨੂੰ ਵੀ ਇਸ ਘਟਨਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਗੁਰੂ ਪਿਆਰੇ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰੂ ਦੇ ਲੇਖੇ ਲਾ ਦਿੱਤਾ ਹੋਵੇ, ਉਹਨਾਂ ਦਾ ਬਚਨ ਜ਼ਰੂਰ ਮੰਨਣਾ ਚਾਹੀਦਾ ਹੈ। ਭਾਵੇਂ ਉਸ ਬਚਨ ਨੂੰ ਮੰਨਣ ਉਪਰੰਤ ਦੁਨਿਆਵੀ ਘਾਟਾ ਵੀ ਮਹਿਸੂਸ ਹੋਵੇ, ਉਸ ਬਚਨ ਨੂੰ ਮੰਨਣ ਨਾਲ ਹੀ ਗੁਰੂ ਪਿਆਰਿਆਂ ਦੀ ਅਸੀਸ ਪ੍ਰਾਪਤ ਹੋ ਸਕਦੀ ਹੈ, ਜਿਨ੍ਹਾਂ ਅਸੀਸਾਂ ਵਿੱਚ ਗੁਰੂ ਨੇ ਆਪਣੀ ਰਹਿਮਤ ਭਰੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।